TV16 ਟੋਰਾਂਟੋ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ KS ਪਾਲ ਵੱਲੋਂ ਸਤਿ ਸ਼੍ਰੀ ਅਕਾਲ ਜੀ। ਸੋ ਮੈਂ ਹਾਜ਼ਰ ਹਾਂ ਜੀ ਤੁਹਾਡੀ ਕਚਹਿਰੀ 'ਚ ਪ੍ਰੋਗਰਾਮ ਲੈ ਕੇ ਖੁੱਲ੍ਹਾ ਸੱਦਾ। ਉਮੀਦ ਕਰਦਾ ਕਿ ਪਹਿਲਾਂ ਦੀ ਤਰ੍ਹਾਂ ਤੁਸੀਂ ਅੱਜ ਵਾਲੇ ਪ੍ਰੋਗਰਾਮ ਨੂੰ ਜਿਹੜਾ ਹੈ ਉਹ ਪਿਆਰ ਦਿਓਗੇ। ਅਤੇ ਆਓ ਆਪਾਂ ਪ੍ਰੋਗਰਾਮ ਦੀ ਜਿਹੜੀ ਹੈ ਉਹ ਸ਼ੁਰੂਆਤ ਕਰਦੇ ਹੈਗੇ ਹਾਂ। ਆਪਾਂ ਅੱਜ ਵੀ ਗੱਲਬਾਤ ਜਿਹੜੀ ਆ ਉਹ ਉਸੇ ਹੀ ਮੁੱਦੇ ਨੂੰ ਜਿਹੜਾ ਹੈ ਕੰਟੀਨਿਊ ਕਰਾਂਗੇ। ਅਫਗਾਨਿਸਤਾਨ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਥਿਊਰੀਆਂ ਨੇ ਉੱਥੇ ਕਿੱਦਾਂ ਫੇਲ ਹੋਈਆਂ, ਅੱਜ ਉਸ ਦੇ ਉੱਤੇ ਗੱਲਬਾਤ ਕਰਾਂਗੇ। ਕੱਲ੍ਹ ਸਾਡੀ ਇੰਟਰਵਿਊ ਨੂੰ ਬਹੁਤ ਤੁਸੀਂ ਭਰਵਾਂ ਹੁੰਗਾਰਾ ਦਿੱਤਾ, ਉਹਦੇ ਵਾਸਤੇ ਅਸੀਂ ਬਹੁਤ ਬਹੁਤ ਤੁਹਾਡੇ ਧੰਨਵਾਦੀ ਹਾਂ। ਆਉਣ ਵਾਲੇ ਸਮੇਂ 'ਚ ਵੀ ਅਸੀਂ ਕੋਸ਼ਿਸ਼ ਕਰਿਆ ਕਰਾਂਗੇ ਕਿ ਕੋਈ ਜਿਹੜੇ ਚੰਗੇ ਗੈਸਟ ਨੇ ਜੋ ਚੰਗੀ ਜਾਣਕਾਰੀ ਦੇ ਨਾਲ ਨਾਲ ਉਸ ਨੂੰ ਚੰਗੀ ਤਰ੍ਹਾਂ ਸਮਝਦੇ ਹੋਣ। ਇਕੱਲੀ ਜਾਣਕਾਰੀ ਹੋਣਾ ਜਿਹੜਾ ਹੈ ਉਹ ਕਿਸੇ ਚੀਜ਼ ਨੂੰ ਸੰਪੂਰਨ ਨਹੀਂ ਕਰਦਾ। ਚੰਗੀ ਜਿਹੜੀ ਹੈ ਉਸ ਚੀਜ਼ ਦੀ ਸਮਝ ਹੋਣਾ ਵੀ ਜਿਹੜਾ ਉਹ ਵੀ ਕਿਸੇ ਚੀਜ਼ ਦੀ ਕੰਪਲੀਟ ਜਿਹੜੀ ਆ ਉਹ ਇਨਫੋਰਮੇਸ਼ਨ ਦੇ ਵਿੱਚ ਜਿਹੜਾ ਵਾਧਾ ਕਰਦਾ ਹੈਗਾ। ਸੋ ਆਓ ਆਪਾਂ ਪ੍ਰੋਗਰਾਮ ਦੀ ਅੱਜ ਸ਼ੁਰੂਆਤ ਕਰਦੇ ਹੈਗੇ ਹਾਂ ਕਿ ਅੱਜ ਦਾ ਜਿਹੜਾ ਟੌਪਿਕ ਹੈ ਉਹਦੇ ਵਿੱਚ ਮੈਂ ਗੱਲਬਾਤ ਕਰਾਂਗਾ ਕਿ ਬਹੁਤ ਸਾਰੀਆਂ ਥਿਊਰੀਜ਼ ਜਿਹੜੀਆਂ ਨੇ ਉਹ ਤਕਰੀਬਨ ਅਫਗਾਨਿਸਤਾਨ ਦੇ ਵਿੱਚ ਫੇਲ ਹੋਈਆਂ। ਪਿਛਲੇ ਸਮੇਂ ਦੌਰਾਨ ਜੇ ਆਪਾਂ ਦੇਖਿਆ ਜਾਵੇ, ਜੇ ਆਪਾਂ ਬਾਹਰੀ ਰੂਪ ਦੇ ਵਿੱਚ ਇਹ ਚੀਜ਼ ਦੇਖਣੀ ਹੋਵੇ ਤਾਂ ਗੱਲ ਕਰਨੀ ਹੋਵੇ ਕਿ ਜਦੋਂ ਕਾਬਲ ਦੇ ਵਿੱਚ ਇਹ ਜਿਹੜੀ ਚੀਜ਼ ਦਿਖਦੀ ਸੀ ਕਿ ਜਿੱਦਾਂ ਅਮਰੀਕਾ ਦੇ ਬਾਹਰ ਜਾਣ ਤੋਂ ਬਾਅਦ ਇਹ ਸੋਚਿਆ ਜਾ ਰਿਹਾ ਸੀਗਾ ਅਤੇ ਇਹ ਸਮਝਿਆ ਵੀ ਜਾ ਰਿਹਾ ਸੀ ਬਹੁਤ ਸਾਰੇ ਲੋਕਾਂ ਵੱਲੋਂ ਕਿ ਸ਼ਾਇਦ ਜਿੱਦਣ ਤਾਲਿਬਾਨ ਕਾਬਲ 'ਚ ਐਂਟਰ ਕਰਨਗੇ ਉਦਣ ਲੋਕਾਂ ਨੂੰ ਕਿੰਨਿਆਂ ਕੁ ਨੂੰ ਹੈਂਗ ਕਰਨਗੇ ਉੱਤੇ, ਕਿੰਨਿਆਂ ਕੁ ਦੇ ਨਾਲ ਦੁਰਵਿਹਾਰ ਹੋਏਗਾ, ਔਰਤਾਂ ਦੀ ਕੁੱਟਮਾਰ ਕੀਤੀ ਜਾਏਗੀ ਜਾਂ ਔਰਤਾਂ ਨੂੰ ਬਿਲਕੁਲ ਬੁਰਕਿਆਂ ਦੇ ਵਿੱਚ ਪਾ ਦਿੱਤਾ ਜਾਏਗਾ, ਜਾਂ ਉਹਨਾਂ ਦੇ ਉੱਤੇ ਉਹਨਾਂ ਦਾ ਜਿਹੜਾ ਠੱਪਾ ਸੀ ਜਿਸ ਤਰ੍ਹਾਂ ਦਾ ਨਾਲ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਦੇ ਉੱਤੇ ਲੱਗਿਆ ਹੋਇਆ ਕਿ ਉਹ ਕਿਸ ਤਰ੍ਹਾਂ ਦੇ ਨਾਲ ਔਰਤਾਂ ਦੇ ਨਾਲ ਵਿਹਾਰ ਕਰਦੇ ਨੇ, ਉੱਦਾਂ ਦੀ ਪਾਬੰਦੀਆਂ ਜਿਹੜੀਆਂ ਨੇ ਉਹ ਦੇਖਣ ਨੂੰ ਮਿਲਣਗੀਆਂ। ਪਰ ਸਭ ਕੁਝ ਉਸ ਦੇ ਉਲਟ ਹੋਇਆ। ਇਹ ਇੱਕ ਥਿਊਰੀ ਜਿਹੜੀ ਆ ਉਹ ਬਿਲਕੁਲ ਆਪੋਜਿਟ ਜਿਹੜੀ ਹੈ ਉਹ ਹੋਈ। ਇਹ ਆਪਾਂ ਉਹਨਾਂ ਥਿਊਰੀਆਂ ਦੀ ਗੱਲ ਕਰਾਂਗੇ ਜਿਹੜੀਆਂ ਸੀਗੀਆਂ ਉਹਨਾਂ ਦੇ ਉੱਤੇ ਜਿਸ ਤਰ੍ਹਾਂ ਦੇ ਨਾਲ ਪਿਛਲੇ ਸਮੇਂ ਦੌਰਾਨ ਜਿਹੜਾ ਹੈ ਉਹ ਲੱਗਦਾ ਰਿਹਾ, ਉਹਨਾਂ ਦੇ ਉੱਤੇ ਇਲਜ਼ਾਮ ਲੱਗਦਾ ਰਿਹਾ, ਉਹਨੂੰ ਉਹਨਾਂ ਨੇ ਝੁਠਲਾਇਆ। ਇਸ ਤੋਂ ਇਲਾਵਾ ਉਹਨਾਂ ਨੇ ਕੋਈ ਵੀ ਉੱਥੇ ਕਿਸੇ ਵੀ ਤਰ੍ਹਾਂ ਦੀ ਕੋਈ ਕੁੱਟਮਾਰ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਧੱਕਾ ਜਾਂ ਕਿਸੇ ਵੀ ਤਰ੍ਹਾਂ ਦੀ, ਜਿੱਦਾਂ ਉਹਨਾਂ ਨੇ ਪ੍ਰੈਸ ਕਾਨਫਰੰਸ ਵਿੱਚ ਹੀ ਸਾਫ਼ ਤੌਰ ਦੇ ਉੱਤੇ ਸਾਫ਼ ਕਹਿ ਦਿੱਤਾ ਕਿ ਅਸੀਂ ਲੋਕਾਂ ਨੂੰ ਜਿਹੜੇ ਕਿ ਨਾਟੋ ਫੋਰਸਿਸ ਦੀ ਜਿਹੜੀ ਮਦਦ ਵੀ ਕਰਦੇ ਰਹੇ ਆ, ਅਸੀਂ ਉਹਨਾਂ ਲੋਕਾਂ ਨੂੰ ਮੁਆਫੀ ਜਿਹੜਾ ਹੈ ਉਹ ਦਿੰਦੇ ਹੈਗੇ ਆ। ਤਾਂ ਹੀ ਉਹਨਾਂ ਨੇ ਇੱਕ ਸਮਾਂ ਵੀ ਦਿੱਤਾ ਹੈਗਾ ਲੋਕਾਂ ਨੂੰ ਕਿ ਤੁਸੀਂ ਆਰਾਮ ਦੇ ਨਾਲ ਇੱਥੋਂ ਜਾ ਸਕਦੇ ਹੈਗੇ ਹੋ, ਕਿ ਉਹ ਇੱਕ ਮੈਸੇਜ ਡਿਫਰੈਂਟ ਤਰ੍ਹਾਂ ਦਾ ਹੈ। ਸੋ ਇਸ ਤਰ੍ਹਾਂ ਦੀ ਇਹ ਜਿਹੜੀਆਂ ਥਿਊਰੀਆਂ ਨੇ ਉਹ ਸਾਰੀਆਂ ਦੀਆਂ ਸਾਰੀਆਂ ਫੇਲ ਹੋਈਆਂ ਜਿਹੜੀਆਂ ਨੇ ਉਹ ਜਾਪਦੀਆਂ ਹੈਗੀਆਂ ਨੇ। ਅੱਗੇ ਪ੍ਰੋਗਰਾਮ ਦੇ ਵਿੱਚ ਮੈਂ ਉਹਨਾਂ ਥਿਊਰੀਜ਼ ਦੀ ਗੱਲ ਕਰਾਂਗਾ ਜਿਹੜੀਆਂ ਪਿਛਲੇ ਸਮੇਂ ਦੇ ਦੌਰਾਨ ਆਮ ਤੌਰ ਦੇ ਉੱਤੇ ਜਿਹੜੀ ਸਿੱਖ ਨੁਕਤਾ ਨਿਗਾਹ ਦੇ ਉੱਤੋਂ ਜਾਂ ਹੋਰ ਤਰੀਕੇ ਦੇ ਨਾਲ ਜਿਹੜਾ ਸਾਡੇ ਉੱਤੇ ਪਿਛਲੇ ਸਮੇਂ ਦੇ ਦੌਰਾਨ ਸੋ ਕਾਲਡ ਬੁੱਧੀਜੀਵੀਆਂ ਜਾਂ ਸੋ ਕਾਲਡ ਜਿਹੜੇ ਐਕਟਿਵਿਸਟ ਆਪਣੇ ਆਪ ਨੂੰ ਕਹਿੰਦੇ ਨੇ ਉਹਨਾਂ ਵੱਲੋਂ ਥੋਪੀਆਂ ਜਾ ਰਹੀਆਂ ਸੀਗੀਆਂ, ਉਹਨਾਂ ਨੂੰ ਕਿਵੇਂ ਇੱਕ ਵੱਡਾ ਚੈਲੰਜ ਜਿਹੜਾ ਹੈ ਉਹ ਇੱਥੇ ਮਿਲਿਆ ਅਤੇ ਸਾਨੂੰ ਸਾਰਿਆਂ ਨੂੰ ਜਿਹੜਾ ਹੈ ਉਹ ਇੱਕ ਡਿਫਰੈਂਟ ਸਟਰਕਚਰ, ਡਿਫਰੈਂਟ ਮਾਡਲ ਜਿਹੜਾ ਉਹ ਵੇਖਣ ਨੂੰ ਮਿਲੇਗਾ ਆਉਣ ਵਾਲੇ ਸਮੇਂ ਦੇ ਵਿੱਚ, ਅਗਰ ਇਹ ਸਾਰਾ ਕੁਝ ਠੀਕ ਠਾਕ ਰਿਹਾ। ਸੋ ਪਹਿਲਾਂ ਆਪਾਂ ਇੰਟਰਨਲ ਜਿਹੜੀ ਹੈ ਉਹਨਾਂ ਦੀ ਗੱਲਬਾਤ ਆਪਾਂ ਕਰ ਲੈਂਦੇ ਹੈਗੇ ਕਿ ਜਿੱਦਾਂ ਉਹਨਾਂ ਨੇ ਕਿਹਾ ਕਿ ਅਸੀਂ ਅਫੀਮ ਦੀ ਖੇਤੀ ਜਿਹੜੀ ਆ ਉਹ ਬੰਦ ਜਿਹੜੀ ਆ ਉਹ ਕਰਾਂਗੇ, ਕਿ ਨਾ ਹੀ ਅਸੀਂ ਇੱਥੇ ਕਿਸੇ ਨੂੰ ਕੋਈ ਜੰਗ ਦਾ ਜਿਹੜਾ ਮੈਦਾਨ ਦੇ ਵਜੋਂ ਕਿਸੇ ਨੂੰ ਅਸੀਂ ਵਰਤਣ ਦੀ ਆਗਿਆ ਜਿਹੜੀ ਉਹ ਦੇਵਾਂਗੇ। ਸੋ ਮੈਸੇਜ ਬੜੇ ਕਲੀਅਰ ਨੇ, ਸੁਨੇਹੇ ਉਹਨਾਂ ਦੇ ਬਹੁਤ ਜ਼ਿਆਦਾ ਕਲੀਅਰ ਨੇ। ਆਉਣ ਵਾਲੇ ਸਮੇਂ ਦੇ ਵਿੱਚ ਪ੍ਰੈਕਟੀਕਲੀ ਜਿਹੜਾ ਹੈ ਉਹ ਕਿੱਦਾਂ ਹੋਏਗਾ ਉਹ ਸਾਡੇ ਸਾਰਾ ਕੁਝ ਸਾਹਮਣੇ ਹੀ ਆ ਜਾਣਾ। ਉਹ ਐਡਾ ਕੋਈ ਸਾਨੂੰ ਇਹ ਨਹੀਂ ਹੈ ਕਿ ਕਿਤੇ ਕੋਈ ਲੁਕੀ ਛਿਪੀ ਜਿਹੜੀ ਆ ਉਹ ਗੱਲ ਰਹੇਗੀ। ਪਰ ਆਪਾਂ ਇੱਥੇ ਗੱਲ ਉਹ ਕਰਾਂਗੇ ਕਿ ਕਿਸ ਤਰ੍ਹਾਂ ਦਾ ਜਿਹੜਾ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਰਿਐਕਸ਼ਨ ਜਿਹੜਾ ਹੋ ਰਿਹਾ ਹੈਗਾ। ਮੈਨੂੰ ਇਹ ਲੱਗਦਾ ਕਿ ਠੀਕ ਹੈ, ਆਪਣੇ ਤੌਰ ਦੇ ਉੱਤੇ ਆਈਡੀਓਲੋਜੀਕਲੀ ਜਾਂ ਉਹ ਬਹੁਤ ਸਾਰੇ ਕਲੈਸ਼ਿਸ ਨੇ, ਬਹੁਤ ਸਾਰੀਆਂ
ਆਪਾਂ ਕਿਸੇ ਦੀਆਂ ਪਰੰਪਰਾਵਾਂ ਜਾਂ ਕਿਸੇ ਦੀ ਜਿਹੜੀ ਵਿਚਾਰਧਾਰਾ ਹੈਗੀ ਆ ਉਹਦੇ ਨਾਲ ਸਾਡਾ ਮੇਲ ਖਾਣਾ ਅਸੰਭਵ ਹੁੰਦਾ ਹੈਗਾ ਕਿ ਜਾਂ ਅਸੀਂ ਉਹਨਾਂ ਦੀ ਜਿਹੜੀ ਵਿਚਾਰਧਾਰਾ ਉਹਨੂੰ ਅਸੀਂ ਨਹੀਂ ਮੰਨਦੇ ਕਿਸੇ ਵੀ ਰੂਪ ਦੇ ਵਿੱਚ, ਉਹਨਾਂ ਦੀ ਆਪਣੀ ਵਿਚਾਰਧਾਰਾ ਹੈਗੀ ਆ। ਲੇਕਿਨ ਕੀ ਅਸੀਂ ਇਸ ਤਰ੍ਹਾਂ ਦੇ ਲੋਕਾਂ ਨੂੰ ਪੈਨਿਕ ਕਰ ਦਈਏ? ਕੀ ਅਸੀਂ ਲੋਕਾਂ ਨਾਲ ਇਸ ਤਰ੍ਹਾਂ ਦਾ ਡਰ ਪੈਦਾ ਕਰ ਦਈਏ ਕਿ ਲੋਕ ਜਿਹੜੇ ਨੇ ਉਹ ਇਸ ਡਰ ਦੇ ਵਿੱਚ ਜਿਹੜਾ ਹੈ ਉਸ ਤਰ੍ਹਾਂ ਦਾ ਹੀ ਉਹਨਾਂ ਦੀ ਇੱਕ ਪਿਕਚਰ ਜਿਹੜੀ ਆ ਉਹ ਬਣਾ ਕੇ ਰੱਖਣ? ਇਹ ਇਸ ਤਰ੍ਹਾਂ ਨਹੀਂ ਲੱਗਦਾ ਹੈਗਾ ਕਿ ਜੇ ਕੋਈ ਬੰਦਾ ਇਹ ਚਾਹ ਰਿਹਾ ਹੈਗਾ ਕਿ ਠੀਕ ਹੈ ਅਸੀਂ ਉਹਨਾਂ ਦੀ ਕੋਈ ਪੈਰਵਾਈ ਨਹੀਂ ਕਰਦੇ, ਲੇਕਿਨ ਇਹ ਹੈਗਾ ਕਿ ਜੇ ਕੋਈ ਬੰਦਾ ਚਾਹ ਰਿਹਾ ਕਿ ਅਸੀਂ ਉਸ ਖਿੱਤੇ ਦੇ ਵਿੱਚ ਸ਼ਾਂਤੀ ਲਿਆਉਣਾ ਚਾਹੁੰਦੇ ਹਾਂ ਜਾਂ ਆਪਣੇ ਤਰੀਕੇ ਦੇ ਨਾਲ ਅਸੀਂ ਉਸ ਨੂੰ ਸਾਰਾ ਕੁਝ ਸੈਟਲ ਡਾਊਨ ਕਰਨਾ ਚਾਹੁੰਦੇ ਹੈਗੇ ਆ, ਤੇ ਮੈਨੂੰ ਇਹ ਲੱਗਦਾ ਕਿ ਮੌਕਾ ਜ਼ਰੂਰ ਜਿਹੜਾ ਹੈ ਉਹ ਦੇਣਾ ਚਾਹੀਦਾ ਹੈਗਾ, ਬਜਾਏ ਕਿ ਇੰਟਰਨੈਸ਼ਨਲ ਨੈਸ਼ਨਲ ਲੈਵਲ ਦੇ ਉੱਤੇ ਜਿਹੜਾ ਮੀਡੀਆ ਜਿਹੜਾ ਅਲੱਗ ਤਰ੍ਹਾਂ ਦੇ ਨਾਲ ਹੱਲੇ ਵੀ ਜਿਹੜਾ ਉਹ ਗਲਤ ਇਨਫੋਰਮੇਸ਼ਨ, ਗਲਤ ਜਿਹੜੀਆਂ ਚੀਜ਼ਾਂ ਨੇ ਉਹ ਪੇਸ਼ ਕੀਤੀਆਂ ਜਾਣੀਆਂ ਨੇ, ਵਰਲਡ ਵਾਈਡ ਇਹ ਚੀਜ਼ਾਂ ਪੇਸ਼ ਕੀਤੀਆਂ ਜਾ ਰਹੀਆਂ ਨੇ। ਸੋ ਮੈਂ ਬਾਰ-ਬਾਰ ਇੱਕ ਜਿਹੜੀ ਗੱਲ ਤੁਹਾਡੇ ਨਾਲ ਸਾਂਝੀ ਕਰਦਾ ਉਹ ਇਹ ਕਰਦਾ ਹੈਗਾ ਕਿ ਸਾਡਾ ਜਿਹੜਾ ਫਿਕਰ ਜਾਂ ਸਾਡਾ ਜਿਹੜਾ ਸਾਨੂੰ ਜਦੋਂ ਜ਼ਿਹਨ 'ਚ ਗੱਲਾਂ ਰੱਖਣੀਆਂ ਚਾਹੀਦੀਆਂ ਨੇ ਉਹ ਇਹ ਨੇ ਕਿ ਅਸੀਂ ਜਿਹੜੀ ਵੀ ਗੱਲ ਕਰਦੇ ਹੈਗੇ ਆ ਉਹ ਇੰਟਰਨੈਸ਼ਨਲ ਲੈਵਲ ਦੇ ਉੱਤੇ ਤੇ ਮੱਦੇਨਜ਼ਰ ਰੱਖ ਕੇ ਕਰਦੇ ਆ, ਲੇਕਿਨ ਜਿਹੜਾ ਸਾਡਾ ਫੋਕਸ ਹੁੰਦਾ ਉਹ ਪੰਜਾਬ ਹੁੰਦਾ, ਪੰਜਾਬੀਅਤ ਹੁੰਦੀ ਆ ਤੇ ਸਿੱਖੀ ਹੁੰਦੀ ਆ। ਇਸ ਕਰਕੇ ਸਾਡਾ ਇਸ ਚੀਜ਼ ਦੇ ਵਿੱਚ ਫਿਕਰਮੰਦ ਹੋਣਾ ਵੀ ਜਾਇਜ਼ ਇਸ ਕਰਕੇ ਹੈਗਾ ਕਿ ਕਿਤੇ ਅਸੀਂ ਬਿਨਾਂ ਵਜ੍ਹਾ ਬਿਨਾਂ ਸੋਚੇ ਸਮਝੇ ਕੋਈ ਅਜਿਹੀਆਂ ਸਟੇਟਮੈਂਟਾਂ ਦੇ ਵਿੱਚ ਜਾਂ ਅਜਿਹੇ ਕੁਝ ਆਉਣ ਵਾਲੇ ਸਮੇਂ ਦੇ ਵਿੱਚ ਏਜੰਸੀਆਂ ਵੱਲੋਂ ਫੈਲਾਏ ਹੋਏ ਜਾਲ ਦੇ ਕਿਤੇ ਸ਼ਿਕਾਰ ਨਾ ਹੋ ਜਾਈਏ ਜਿੱਥੇ ਅਸੀਂ ਕੋਈ ਗਲਤ ਬਿਆਨਬਾਜ਼ੀ ਜਾਂ ਗਲਤ ਤਰੀਕੇ ਦੇ ਨਾਲ ਅਸੀਂ ਉਸ ਚੀਜ਼ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕਰੀਏ। ਕਾਰਨ ਇਹ ਹੁੰਦਾ ਹੈਗਾ ਕਿ ਜਿੱਦਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਹਰ ਤਰ੍ਹਾਂ ਦੇ ਨਾਲ ਜਿਹੜੀ ਜੰਗ ਚੱਲ ਪੈਂਦੀ ਆ ਜਾਂ ਆਪਾਂ ਕਿਸੇ ਦੇ ਹੱਕ 'ਚ ਜਾਂ ਵਿਰੋਧ ਵਿੱਚ ਉਸ ਤਰ੍ਹਾਂ ਦੇ ਨਾਲ ਐਕਟਿਵ ਹੁੰਦੇ ਆ ਕਿ ਸਾਨੂੰ ਪੂਰਨ ਤੌਰ ਦੇ ਉੱਤੇ ਨਾ ਤਾਂ ਉਸ ਗੱਲ ਦੀ ਪ੍ਰੋਪਰ ਸਮਝ ਹੁੰਦੀ ਆ ਤੇ ਨਾ ਹੀ ਪ੍ਰੋਪਰ ਸਾਨੂੰ ਜਾਣਕਾਰੀ ਹੁੰਦੀ ਆ। ਸੋ ਵੇਟ ਕਰਨੀ ਚਾਹੀਦੀ ਆ, ਵੇਟ ਐਂਡ ਵਾਚ ਜਿਹੜਾ ਹੈ ਇੱਥੇ ਕਈ ਵਾਰੀ ਸਾਨੂੰ ਸਹਿਣਸ਼ੀਲਤਾ ਤੋਂ ਕੰਮ ਜਿਹੜਾ ਉਹ ਲੈਣ ਦੀ ਜ਼ਰੂਰਤ ਹੈਗੀ ਆ। ਸਾਨੂੰ ਕੋਈ ਇਸ ਤਰ੍ਹਾਂ ਦੀ ਨੈਗੇਟਿਵ ਅਪਰੋਚ ਤੇ ਇਸ ਤਰ੍ਹਾਂ ਦਾ ਬਹੁਤ ਜ਼ਿਆਦਾ ਪੋਜ਼ਿਟਿਵ ਜਿਹੜਾ ਹੈ ਉਹ ਵਿਹਾਰ ਨਹੀਂ ਕਰਨਾ ਚਾਹੀਦਾ ਕਿ ਜਾਂ ਅਸੀਂ ਬਿਲਕੁਲ ਜੇ ਉਹਨਾਂ ਦਾ ਉੱਥੇ ਕਬਜ਼ਾ ਹੋ ਗਿਆ ਤੇ ਇੰਟਰਨੈਸ਼ਨਲ ਲੈਵਲ ਦੇ ਉੱਤੇ UNO ਦੇ ਵਿੱਚ ਵੀ ਅੱਜ ਵੀ ਤਾਲਿਬਾਨ ਨੂੰ ਜਿਹੜਾ ਹੈ ਉਹ ਉਸ ਨਜ਼ਰ ਦੇ ਨਾਲ ਹੀ ਇੱਕ ਟੈਰਰਿਸਟ ਜਿਹੜੀ ਜਥੇਬੰਦੀ ਦੇ ਤੌਰ ਦੇ ਉੱਤੇ ਵੇਖਿਆ ਜਾਂਦਾ, ਇੰਟਰਨੈਸ਼ਨਲੀ ਵੀ ਉਹਨਾਂ ਨੂੰ ਉਸੇ ਤਰੀਕੇ ਦੇ ਨਾਲ ਦੇਖਿਆ ਜਾ ਰਿਹਾ ਹੈਗਾ ਜਾਂ ਉੱਦਾਂ ਦੇ ਨਾਲ ਹੀ ਉਹਨਾਂ ਨੂੰ ਪ੍ਰਚਾਰਿਆ ਜਾ ਰਿਹਾ। ਉਸ ਤਰ੍ਹਾਂ ਦੀਆਂ ਸਟੇਟਮੈਂਟ ਆ ਰਹੀਆਂ। ਵੈਸਟ ਇਹ ਸਟੇਟਮੈਂਟਾਂ ਦਵੇ ਜਾਂ ਅਮਰੀਕਾ ਸਟੇਟਮੈਂਟ ਦਵੇ ਜਾਂ ਬਾਕੀ ਹੋਰ ਸਟੇਟਮੈਂਟਾਂ ਦੇਣ, ਉਹ ਗੱਲ ਅਲੱਗ ਹੈਗੀ ਆ, ਪਰ ਅਸੀਂ ਜਿਹੜਾ ਖਾਸ ਤੌਰ ਦੇ ਉੱਤੇ ਸਿੱਖ ਡਾਇਸਪੋਰਾ ਤੇ ਪੰਜਾਬ ਤੇ ਪੰਜਾਬੀਅਤ ਨੂੰ ਜਿਹੜੇ ਪਿਆਰ ਕਰਨ ਵਾਲੇ ਬੰਦੇ ਨੇ ਉਹਨਾਂ ਨੂੰ ਇੱਥੇ ਮੇਰੇ ਹਿਸਾਬ ਦੇ ਨਾਲ ਥੋੜ੍ਹਾ ਜਿਹਾ ਵਾਚ ਕਰਨਾ ਚਾਹੀਦਾ, ਦੇਖਣਾ ਚਾਹੀਦਾ, ਸਮਾਂ ਦੇਣਾ ਚਾਹੀਦਾ, ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਕਈਆਂ ਹੋਈਆਂ ਗੱਲਾਂ ਦੀ ਡੈਪਥ ਨਹੀਂ ਹੈ, ਡੰਗਾਈ ਨਹੀਂ ਆ। ਉਹ ਅੱਜ ਕੁਛ ਹੋਰ ਗੱਲ ਆ ਤੇ ਕੱਲ ਨੂੰ ਕੁਛ ਹੋ ਰਿਹਾ, ਕੱਲ ਨੂੰ ਰਿਐਕਸ਼ਨ ਵੀ ਹੋ ਰਿਹਾ, ਐਕਟ ਵੀ ਹੋ ਰਿਹਾ। ਸੋ ਇਸ ਕਰਕੇ ਸਾਨੂੰ ਕੋਈ ਇਹੋ ਜਿਹੀ ਸਟੇਟਮੈਂਟ ਜਿਹੜੀ ਆ ਉਹ ਨਹੀਂ ਦੇਣੀ ਚਾਹੀਦੀ ਹੈਗੀ। ਸਾਨੂੰ ਦੇਖਣਾ ਚਾਹੀਦਾ, ਵਾਚ ਕਰਨਾ ਚਾਹੀਦਾ। ਸਾਨੂੰ ਬਹੁਤ ਜ਼ਿਆਦਾ ਇਸ ਤਰ੍ਹਾਂ ਅਗਰੈਸਿਵ ਹੋ ਕੇ ਕੋਈ ਵੀ ਚੀਜ਼ ਜਿਹੜੀ ਆ ਉਹ ਨਹੀਂ ਕਰਨੀ ਚਾਹੀਦੀ, ਕਿਉਂਕਿ ਜਿਹੜੀ ਸਾਡੇ ਹਿੱਤ 'ਚ ਨਹੀਂ ਜਾਂਦੀ ਹੈਗੀ। ਸੋ ਜਦੋਂ ਅਸੀਂ ਕੌਮੀ ਹਿੱਤ ਦੀ ਗੱਲ ਕਰਦੇ ਹਾਂ ਉੱਥੇ ਫਿਰ ਸਾਨੂੰ ਸੂਝ-ਬੂਝ ਤੋਂ ਕੰਮ ਲੈਣ ਦੀ ਜਿਹੜੀ ਹੈਗੀ ਆ ਉਹ ਜ਼ਰੂਰਤ ਹੈਗੀ ਆ। ਸੋ ਇਸ ਕਰਕੇ ਬਹੁਤ ਸਾਰਾ ਕੁਛ ਉਛਾਲਿਆ ਜਾਏਗਾ, ਬਹੁਤ ਸਾਰੀਆਂ ਗਲਤ ਇਨਫੋਰਮੇਸ਼ਨ ਪਹੁੰਚਦੀਆਂ ਹੋਣਗੀਆਂ, ਬਹੁਤ ਕੁਛ ਅਜਿਹਾ ਫੈਲਾਇਆ ਜਾਏਗਾ ਜਿਹਦੇ ਨਾਲ ਖਾਸ ਤੌਰ ਦੇ ਉੱਤੇ ਸਿੱਖ ਜਿਹੜਾ ਕਿ ਪੰਜਾਬ 'ਚ ਬੈਠਾ ਜਾਂ ਸਿੱਖ ਜਿਹੜਾ ਵੀ ਕੋਈ ਸਿੱਖ ਡਾਇਸਪੋਰਾ ਹੈਗਾ, ਡਾਇਸਪੋਰਾ 'ਚ ਬੈਠਾ ਹੈਗਾ, ਕਿਤੇ ਵੀ ਉਹ ਕਿਸੇ ਵੀ ਕੰਟਰੀ ਦੇ ਵਿੱਚ ਬੈਠਾ ਹੈਗਾ, ਸੋ ਉਹ ਲੋਕ
जिन्ने भी असी बैठे है सानू बहुत सोच समझ के देखना पेगा, क्योंकि असी एक अजिही कम्यूनिटी हाँ कि जिहड़ी असी दुनिया भर दे विच तां बैठी हैगी आ ते साडी गिणती जिहड़ी आ हर जगह के उत्ते मिनोरिटी कम्यूनिटी च असी जिहड़ा है वो काउंट हुंदे हैगे आ। सो सानू साडे हित देख के गलबात करनी चाहिए आ। सानू ये भी देखना पएगा कि चाहे उत्थे साडे जिहड़े ने गुरुद्वारा साहिबान मौजूद ने जां साडे उत्थे सिख भाईचारे दे लोग मौजूद ने, उन्हां सारियां नूं फ्रंट फेस ते रख के सामने रख के फिर सानू कोई गलबात जिहड़ी आ वो करनी चाहिदी हैगी आ। गलत तरह दियां आउण वालियां वीडियो एजेंसियां वल्लों फैलाए जाण वाले इस तरह के वहम ते भरम ते झूठियां खबरां जिहड़ियां ने उन्हां दे उत्ते सानू जाण तो गुरेज जिहड़ा है वो करना चाहिदा हैगा। वक्फा एक ब्रेक दा हो गया तो सानू इत्थे एक छोटी जी ब्रेक लैनी पैनी आ। ब्रेक तो बाद आपां प्रोग्राम नूं जिहड़ा है वो कंटिन्यू करांगे तो फिर आपां अगे प्रोग्राम दे विच वधांगे। मिलदे हैं जी एक छोटी जी ब्रेक तो बाद। वक्त बदल चुका है ते वक्त दे नाल बदल चुके ने एंटरटेनमेंट दे साधन भी। हुण केबल सैटेलाइट या IPTV बॉक्स दी कोई जरूरत नहीं। अपना स्मार्टफोन चुको अते ऐप स्टोर या गूगल प्ले स्टोर तो आज ही डाउनलोड करो ईबाबा एंटरटेनमेंट ऐप। कास्ट डोंगल दी मदद नाल तुसी अपने पसंदीदा टीवी चैनल्स या मूवीज अपने टीवी ते भी देख सकदे हो अते ड्राइव करदे वेले ब्लूटूथ नाल रेडियो भी सुन सकदे हो। ईबाबा एंटरटेनमेंट ऐप एंड्रॉयड टीवी अते सेट टॉप बॉक्स गूगल प्ले स्टोर ते उपलब्ध हैं। सो जल्दी तो जल्दी खुद भी ये ऐप डाउनलोड करो अते अपने फैमिली फ्रेंड्स नाल भी ये जानकारी शेयर करो। ईबाबा एंटरटेनमेंट ऐप। जेकर तुसी कोई अपना घर बेचना चाहुंदे हो जां तुसी कोई घर खरीदना चाहुंदे हो तां तुहाडा सुपने नूं पूरा करनगे विक्की सिंह। सो विक्की सिंह होना नाल तुसी बैठो, उन्हां नाल एक मीटिंग करो, तुहाडे घर दे वधिया डॉलर दवा सकदे ने। अगर तुसी कोई फर्स्ट टाइम बायर हो, तुसी वधिया प्रॉपर्टी लभ रहे हो तो उन्हां नाल बैठ के मीटिंग करो, तुहाडे बजट दे अकॉर्डिंग टू तुहानूं वधिया घर दवाउणगे। सो तुहाडे सुपने नूं साकार कर सकदे ने। उन्हां दा कंटैक्ट नंबर हैगा 365999। ਜਿਹੜੀ ਹੈ ਉਸ ਲੋੜ ਨੂੰ ਪੂਰਾ ਕੀਤਾ ਜਾ ਸਕਦਾ ਹੈਗਾ। ਸੋ ਸੰਪਰਕ ਕਰੋ ਉਹਨਾਂ ਦੇ ਨਾਲ। ਉਹਨਾਂ ਦਾ ਫੋਨ ਨੰਬਰ ਅਗੇਨ 3659990709 ਦੇ ਉੱਤੇ। Six four seven 528 1016 ਤੇ ਫਿਰ ਮਿਲਦੇ ਆ ਪ੍ਰੋਗਰਾਮ ਮਸਤੀ ਵੀ ਕਿਡਸ only on TV16 Toronto ਤੇ। ब्रेक तो बाद दर्शकों स्वागत है। प्रोग्राम चल रहा जी खुला सदा। उम्मीद करदा कि तुहानूं प्रोग्राम पसंद आ रहा होवेगा। तो अगर तुसी कोई साडे नाल संपर्क साधना चाहुंदे हैगे हो तो 905 872 5259 के उत्ते साडे नाल गलबात की जा सकती हैगी है। 9058725259 के उत्ते गलबात साडे नाल की जा सकती हैगी है। आपां मैं प्रोग्राम दे विच जिहड़ा फस्ट भाग सीगा उहदे विच आपां गलबात कीती कि सानूं अपने तौर के उत्ते साडे जिहड़े अपने हित ने उन्हां नाल जिहड़ा है वो किसी भी तरीके दे नाल समझौता जिहड़ा है वो नहीं करना चाहिदा हैगा। खास तौर के उत्ते असीं देखते हैं कि भारत का जिहड़ा मीडिया हैगा वो अलग तरह के नाल जिहड़ा है वो पेश आ रहा हैगा। वो लख
ਆਪਣੇ ਤਰੀਕੇ ਦੇ ਨਾਲ ਕੁਝ ਪੇਸ਼ ਆਵੇ। ਪਰ ਮੈਂ ਸਿੱਖ ਨੁਕਤਾ ਨਿਗਾਹ ਤੋਂ ਬਾਰ-ਬਾਰ ਇਸ ਗੱਲ ਦੇ ਉੱਤੇ ਜ਼ੋਰ ਇਸ ਕਰਕੇ ਦੇ ਰਿਹਾ ਹਾਂਗਾ ਕਿ ਸਾਨੂੰ ਹਮੇਸ਼ਾ ਦੇਖ ਕੇ ਹਰ ਚੀਜ਼ ਜਿਹੜੀ ਆ ਉਹ ਗੱਲ ਕਰਨੀ ਚਾਹੀਦੀ ਹੈਗੀ ਆ। ਜੇ ਆਪਾਂ ਇਹ ਸਮਝਦੇ ਹੈਗੇ ਆ ਕਿ ਅਸੀਂ ਆਪਣੀ ਸੂਝ-ਬੂਝ ਤੋਂ ਕੰਮ ਲੈ ਕੇ ਤੇ ਅੱਗੇ ਵਧਣਾ ਹੈਗਾ, ਤੇ ਫਿਰ ਮੈਨੂੰ ਲੱਗਦਾ ਕਿ ਸਾਨੂੰ ਇਹ ਚੀਜ਼ਾਂ ਵਿਚਾਰਨ ਦੀ ਜਿਹੜੀ ਹੈਗੀ ਆ ਉਹ ਬਹੁਤ ਜ਼ਿਆਦਾ ਵੱਡੀ ਜ਼ਰੂਰਤ ਹੈਗੀ ਆ। ਹੁਣ ਆ ਜਾਈਏ ਆਪਾਂ ਅਗਲੀਆਂ ਥਿਊਰੀਆਂ ਦੇ ਉੱਤੇ ਕਿ ਸਾਨੂੰ ਇੰਡੀਕੇਸ਼ਨਸ ਜਿਹੜੀਆਂ ਨੇ ਉਹ ਕੀ ਮਿਲਦੀਆਂ ਹੈਗੀਆਂ ਨੇ। ਸਾਨੂੰ ਕੀ ਜਿਹੜਾ ਹੈ ਉਹ ਪਿਛਲੇ ਸਮੇਂ ਦੇ ਦੌਰਾਨ ਦੱਸਿਆ ਗਿਆ, ਜਾਂ ਪਿਛਲੇ ਸਮੇਂ ਦੇ ਦੌਰਾਨ ਸਾਨੂੰ ਜੋ ਦਿਖਾਇਆ ਗਿਆ ਜਾਂ ਅਸੀਂ ਦੇਖ ਰਹੇ ਸੀਗੇ। ਪਿਛਲੇ ਸਮੇਂ ਦੇ ਦੌਰਾਨ ਇੱਕ ਥਿਊਰੀ ਜਿਹੜੀ ਆ ਉਹ ਸਾਹਮਣੇ ਲੈ ਕੇ ਆਂਦੀ ਗਈ ਜਦੋਂ ਸਾਡੀ ਖਾੜਕੂ ਲਹਿਰ ਜਿਹੜੀ ਆ ਉਹ ਖਤਮ ਹੋਈ, ਤੇ ਉਸ ਤੋਂ ਬਾਅਦ 6-7 ਸਾਲ ਦਾ ਸਮਾਂ ਇਦਾਂ ਦਾ ਸੀਗਾ ਕਿ ਅਸੀਂ ਕੁਛ ਕਿਸੇ ਵੀ ਤਰੀਕੇ ਦੇ ਨਾਲ ਜਿੱਦਾਂ ਕੌਮ ਦੀ ਆਵਾਜ਼ ਬੰਦ ਹੋ ਜਾਂਦੀ ਆ, ਇਸ ਤਰ੍ਹਾਂ ਦੇ ਨਾਲ ਸਾਰਾ ਕੁਝ ਹੋਇਆ ਬੀਤਿਆ ਸਾਡੇ ਨਾਲ। ਪਰ ਜਦੋਂ ਉਸ ਤੋਂ ਬਾਅਦ ਥੋੜਾ ਬਹੁਤ ਸੱਚਾਈਆਂ ਸਾਹਮਣੇ ਆਈਆਂ, ਬੋਲਣਾ ਸ਼ੁਰੂ ਕੀਤਾ, ਤੇ ਹੁਣ ਇੱਕ ਲੰਬੇ ਪਿਛਲੇ ਕੋਈ ਤਕਰੀਬਨ ਇੱਕ ਦਹਾਕੇ ਤੋਂ ਜ਼ਿਆਦਾ ਸਮੇਂ ਦੇ ਦੌਰਾਨ ਤਕਰੀਬਨ ਕੋਈ 14-15 ਸਾਲ ਤੋਂ ਇੱਕ ਥਿਊਰੀ ਸਾਡੇ ਸਾਹਮਣੇ ਲੈ ਕੇ ਆਈ ਜਾਂਦੀ ਹੈਗੀ ਆ। ਉਹ ਸਾਡੇ ਫੈਂਸੀ ਬਾਬੇ ਹੋਣ, ਉਹ ਸਾਡੇ ਕਈ ਸੋ ਕਾਲਡ ਐਕਟਿਵਿਸਟ ਹੋਣ, ਜਾਂ ਅਜਿਹੇ ਕੁਝ ਹੋਰ ਤਰ੍ਹਾਂ ਦੇ ਪ੍ਰਚਾਰਕ ਵੀ ਹੋਣ। ਇਹਨਾਂ ਸਾਰਿਆਂ ਵੱਲੋਂ ਇੱਕ ਥਿਊਰੀ ਜਿਹੜੀ ਸੀਗੀ ਉਹ ਸਾਨੂੰ ਦਿੱਤੀ ਗਈ ਕਿ ਉਹਦੇ ਵਿੱਚ ਇਸ ਤਰ੍ਹਾਂ ਨਾਲ ਪੇਸ਼ ਕੀਤਾ ਗਿਆ ਕਿ ਜਿਹੜੀ ਸਾਡੀ ਹਥਿਆਰਬੰਦ ਲੜਾਈ ਸੀ ਉਹ ਸਾਡੇ ਲੋਕਾਂ ਨੇ ਜਿਹੜੀ ਹੈ ਉਹ ਗਲਤ ਸਾਬਤ ਕਰਨੀ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਕਿ ਹੁਣ ਸਮਾਂ ਜਿਹੜਾ ਉਹ ਬਦਲ ਗਿਆ, ਤੇ ਸਮੇਂ ਦੇ ਬਦਲਣ ਦੇ ਨਾਲ ਸਾਨੂੰ ਜਿਹੜੀ ਹੈ ਉਹ ਗੱਲਬਾਤ ਕਰਕੇ ਜਿਹੜਾ ਹੈ ਆਪਣੇ ਜਿਹੜੀਆਂ ਸਾਡੇ ਮਸਲੇ ਨੇ ਉਹ ਸੁਲਝਾਉਣੇ ਚਾਹੀਦੇ ਹੈਗੇ ਨੇ। ਗੱਲ ਠੀਕ ਹੈ, ਕਿਸੇ ਹੱਦ ਤੱਕ ਇਸ ਨੂੰ ਠੀਕ ਕਿਹਾ ਜਾ ਸਕਦਾ ਹੈਗਾ, ਪਰ ਪ੍ਰੈਕਟੀਕਲ ਰੂਪ ਦੇ ਵਿੱਚ ਕਿੰਨੀ ਇਹ ਕਾਰਗਰ ਸਾਬਤ ਹੁੰਦੀ ਆ, ਇਹਦਾ ਕੋਈ ਅਸੀਂ ਜਿਹੜਾ ਹੈ ਹਾਲੇ ਤੱਕ ਰਿਜ਼ਲਟ ਜਿਹੜਾ ਉਹ ਨਹੀਂ ਦੇਖਿਆ ਹੈਗਾ। ਸੋ ਕੌਮਾਂ ਜਿਹੜੀਆਂ ਨੇ ਇਤਿਹਾਸ ਬਣਾਉਂਦੀਆਂ ਜਿਹੜੀਆਂ ਨੇ ਉਹ ਆਪਣੀ ਜਿਹੜੀ ਹੈ ਸ਼ਮਸ਼ੀਰ ਦੇ ਨਾਲ, ਆਪਣੀ ਤਾਕਤ ਦੇ ਨਾਲ ਜਿਹੜੀਆਂ ਉਹ ਬਣਾਉਂਦੀਆਂ ਨੇ। ਇਤਿਹਾਸ ਕਲਮਾਂ ਨਾਲ ਲਿਖਿਆ ਜਾਂਦਾ ਹੈਗਾ, ਇਤਿਹਾਸ ਲਿਖਣ ਵਾਸਤੇ ਕਲਮਾਂ ਜਿਹੜੀਆਂ ਨੇ ਉਹ ਵਰਤੀਆਂ ਜਾਂਦੀਆਂ ਨੇ, ਇਹ ਸਪਸ਼ਟ ਹੋ ਗਿਆ। ਸੋ ਇੱਕ ਸਾਨੂੰ ਇਹ ਥਾਟ ਇੱਕ ਦਿੱਤਾ ਗਿਆ, ਇੱਕ ਸਾਨੂੰ ਇੱਕ ਕਿਸਮ ਦਾ ਸਿਧਾਂਤਕ ਤੌਰ ਦੇ ਉੱਤੇ ਸਾਨੂੰ ਇਸ ਚੀਜ਼ ਨਾਲ ਜੋੜਨ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਗਈ। ਸੋ ਉਹ ਚੀਜ਼ ਜਿਹੜੀ ਆ ਉਹਨੇ ਕਈ ਚੀਜ਼ਾਂ ਦਾ ਸਾਡੇ ਤੇ ਇਹੋ ਜਿਹਾ ਪ੍ਰਭਾਵ ਪਾ ਦਿੱਤਾ ਕਿ ਅਸੀਂ ਇਹ ਸੋਚਣ ਤੇ ਮਜਬੂਰ ਹੋ ਗਏ ਕਿ ਸਾਨੂੰ ਸਿਰਫ ਬੋਲ ਕੇ ਜਿਹੜੀ ਆ ਉਹ ਗੱਲਬਾਤ ਕਰਨੀ ਚਾਹੀਦੀ ਆ, ਲਿਖ ਕੇ ਗੱਲਬਾਤ ਕਰਨੀ ਚਾਹੀਦੀ ਆ। ਠੀਕ ਹੈ, ਲਿਖਣ ਦਾ ਤੇ ਬੋਲਣ ਦਾ ਪ੍ਰਭਾਵ ਜਿਹੜਾ ਹੈ ਉਹ ਬਹੁਤ ਹੁੰਦਾ, ਸਾਊਂਡ ਕੈਮਿਸਟਰੀ ਦੇ ਨਾਲ ਇਹਦਾ ਸਿੱਧਾ ਤਾਲਕ ਜਿਹੜਾ ਹੈ ਉਹ ਬਣਦਾ ਹੈਗਾ, ਆਪਾਂ ਮੰਨਦੇ ਆ ਇਸ ਚੀਜ਼ ਨੂੰ। ਲੇਕਿਨ ਉਹ ਚੀਜ਼ ਨੇ ਇੱਕ ਚੀਜ਼ ਦਾ ਪ੍ਰਭਾਵ ਖਤਮ ਕੀਤਾ, ਉਹ ਇਹ ਸੀਗਾ ਕਿ ਫਿਰ ਬੋਲ ਕੇ ਤੇ ਬੋਲਣ ਦੀ ਆਜ਼ਾਦੀ ਜਿਹੜੀ ਆ ਉਹ ਕਿੰਨੀ ਕੁ ਹੈਗੀ ਆ, ਉਸ ਦੇ ਉੱਤੇ ਸਵਾਲ ਖੜੇ ਹੋ ਗਏ ਕਿ ਜਦੋਂ ਤੁਹਾਨੂੰ ਬੋਲਣ ਹੀ ਨਹੀਂ ਦਿੱਤਾ ਜਾਏਗਾ, ਜਦੋਂ ਤੁਹਾਨੂੰ ਲਿਖਣ ਹੀ ਨਹੀਂ ਦਿੱਤਾ ਜਾਏਗਾ, ਤੁਹਾਡੀ ਆਵਾਜ਼ ਨੂੰ ਹੀ ਬੰਦ ਕੀਤਾ ਜਾਵੇਗਾ, ਤਾਂ ਫਿਰ ਤੁਸੀਂ ਜਿਹੜੀ ਚੀਜ਼ ਆ ਜਿਹੜਾ ਤੁਹਾਡਾ ਨਿਸ਼ਾਨਾ ਉਹਦੇ ਵੱਲ ਵਧੋਗੇ ਕਿਵੇਂ, ਤੁਸੀਂ ਵੱਧ ਕਿਵੇਂ ਸਕਦੇ ਹੈਗੇ? ਉਹਦੇ ਤੇ ਕੋਈ ਐਕਸ਼ਨ ਔਰ ਕੋਈ ਰਿਐਕਸ਼ਨ ਜਿਹੜਾ ਹੈ ਹੀ ਨਹੀਂ। ਕਿੰਨੇ ਕੁ ਲੋਕ ਪਹਿਲੀ ਗੱਲ ਆ ਕਿ ਸਪਸ਼ਟ ਤੌਰ ਦੇ ਉੱਤੇ ਇਹ ਚੀਜ਼ ਬੋਲਦੇ ਹੈਗੇ ਨੇ, ਸਪਸ਼ਟ ਤੌਰ ਦੇ ਉੱਤੇ ਅਸੀਂ ਕਿੰਨਾ ਕੁ ਆਪਣੇ ਆਪ ਦੇ ਵਿੱਚ ਸਪਸ਼ਟ ਹੈਗੇ ਆ। ਜਿਹੜਾ ਸਾਡਾ ਸਿਧਾਂਤ ਆ, ਸਾਨੂੰ ਤੇ ਸਿਧਾਂਤ ਸਾਡੇ ਕੋਲ ਪਿਆ, ਬਾਕੀ ਤਾਂ ਇਹ ਲੋਕਾਂ ਨੇ ਤਾਂ ਹੁਣ ਉਸ ਚੀਜ਼ ਨੂੰ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਆ। ਸਾਡੇ ਤਾਂ 239 ਸਾਲ ਲੱਗ ਗਏ ਸਾਡੇ ਗੁਰੂਆਂ ਨੂੰ ਇਹ ਚੀਜ਼ ਜਿਹੜੀ ਆ ਉਹ ਸਾਡੇ ਸਾਹਮਣੇ ਲੈ ਕੇ ਆਉਣ ਦੇ ਵਾਸਤੇ। ਇੱਕ ਬੜਾ ਵੱਡਾ 239 ਸਾਲ ਦਾ ਸਾਡੇ ਕੋਲ ਇੱਕ ਸਫ਼ਰ ਆ ਪੂਰਾ ਦਾ ਪੂਰਾ, ਜਿਹਦੇ ਵਿੱਚ ਇਹ ਸਾਬਤ ਹੋ ਗਿਆ ਕਿ ਠੀਕ ਹੈ, ਧਰਮ ਅਤੇ ਰਾਜਨੀਤੀ ਜਿਹੜੀ ਆ ਉਹ ਬਿਲਕੁਲ ਨਾਲ ਚੱਲਦੀ ਆ, ਤੇ ਉਹ ਸਾਨੂੰ ਬਰਾਬਰ ਦਾ ਜਿਹੜਾ ਹੈ ਉਹ ਮੀਰੀ ਪੀਰੀ ਦਾ ਕਨਸੈਪਟ ਸਾਡੇ ਕੋਲ ਜਿਹੜਾ ਹੈ ਉਹ ਮੌਜੂਦ ਹੈਗਾ। ਤੇ ਅੱਜ ਜੋ ਇਹ ਇਤਿਹਾਸ ਦੇ ਪੰਨਿਆਂ ਦੇ ਉੱਤੇ ਲਿਖਿਆ ਗਿਆ, ਇਹ ਸਮੇਂ ਦੇ ਬੁੱਕਲ 'ਚ ਆ, ਬਹੁਤ ਇਮੈਚੁਰ ਗੱਲ ਹੋਏਗੀ, ਲੇਕਿਨ
ਜੋ ਅੱਜ ਮੌਜੂਦ ਆ, ਜੋ ਸਾਡੀਆਂ ਅੱਖਾਂ ਦੇਖ ਰਹੀਆਂ ਨੇ, ਜੋ ਦੁਨੀਆ ਭਰ ਦੇ ਵਿੱਚ ਦੁਨੀਆ ਦੇ ਵਿੱਚ ਅਸਲੀਅਤ ਤੋਂ ਤੇ ਪਿੱਛੇ ਨਹੀਂ ਨਾ ਹਟਿਆ ਜਾ ਸਕਦਾ। ਜੋ ਦੇਖਿਆ ਜਾ ਰਿਹਾ, ਜੋ ਬਿਲਕੁਲ ਸਪਸ਼ਟ ਰੂਪ ਦੇ ਉੱਤੇ ਪ੍ਰਤੱਖ ਹੈਗਾ, ਉਹਨੂੰ ਪ੍ਰਮਾਣ ਦੀ ਜ਼ਰੂਰਤ ਨਹੀਂ ਆ ਕਿ ਉਹਨਾਂ ਨੇ ਇਹ ਚੀਜ਼ ਸਾਬਤ ਕਰ ਦਿੱਤੀ। ਆਈਡੀਓਲੋਜੀਕਲੀ, ਧਾਰਮਿਕ ਤੌਰ ਦੇ ਉੱਤੇ ਵੀ ਅਸੀਂ ਆਪਣਾ ਜਿਹੜਾ ਰਾਜ ਆ ਉਹ ਕਾਇਮ ਕਰ ਸਕਦੇ ਆ, ਆਪਣੇ ਧਰਮ ਦੇ ਅਕੀਦਿਆਂ ਨੂੰ ਅੱਗੇ ਰੱਖ ਕੇ। ਠੀਕ ਹੈ, ਮਾਡਰਨ ਯੁੱਗ ਦੇ ਵਿੱਚ ਅਸੀਂ ਕਿੱਦਾਂ ਸਰਵਾਈਵ ਕਰਨਾ, ਡਿਪਲੋਮੈਟਿਕਲੀ ਆਪਾਂ ਕਿੱਦਾਂ ਲੋਕਾਂ ਨਾਲ ਡੀਲ ਕਰਨਾ, ਕਿੱਦਾਂ ਅਸੀਂ ਦੇਸ਼ਾਂ ਦੇ ਨਾਲ ਡੀਲ ਕਰਨਾ, ਇਹ ਠੀਕ ਆ ਆਉਣ ਵਾਲੇ ਸਮੇਂ ਦੇ ਵਿੱਚ ਹੈਗਾ। ਤਾਂ ਹੀ ਮੈਂ ਪਹਿਲੇ ਸੈਗਮੈਂਟ ਦੇ ਵਿੱਚ ਗੱਲ ਕੀਤੀ ਸੀ ਕਿ ਵਕਤ ਦੇਣਾ ਚਾਹੀਦਾ ਹਰ ਇੱਕ ਨੂੰ। ਹੋ ਸਕਦਾ ਉਹ ਬੜਾ ਵਧੀਆ ਰਾਜ ਉੱਥੇ ਜਿਹੜਾ ਹੈ ਉਹ ਹੋਵੇ, ਕਿਸੇ ਵੀ ਤਰੀਕੇ ਦੇ ਨਾਲ ਕਿਸੇ ਦੇ ਉੱਤੇ ਵੀ, ਕਿਸੇ ਮਿਨੋਰਟੀ ਦੇ ਉੱਤੇ ਜਾਂ ਕਿਸੇ ਵੀ ਤਰੀਕੇ ਦੇ ਨਾਲ ਕੋਈ ਧੱਕਾ ਜਿਹੜਾ ਉਹ ਨਾ ਹੋਵੇ, ਤੇ ਇੱਕ ਅਲੱਗ ਤਰ੍ਹਾਂ ਦਾ ਮਾਡਲ ਜਿਹੜਾ ਹੈ ਉਹ, ਜਿਹੜੇ ਕਿ ਪਿਛਲੇ ਸਮੇਂ ਦੇ ਦੌਰਾਨ ਸਾਡੇ ਵੀ ਸੋ ਕਾਲਡ ਲੀਡਰਾਂ ਨੇ, ਸਾਡੇ ਵੀ ਸੋ ਕਾਲਡ ਐਕਟਿਵਿਸਟ ਨੇ ਜਾਂ ਪ੍ਰਚਾਰਕਾਂ ਨੇ ਇਹ ਮੰਚ ਭਰ ਦਿੱਤਾ ਸੀਗਾ ਕਿ ਇਹ ਜਿਹੜੀ ਚੀਜ਼ ਆ ਨਾ, ਧਰਮ ਦੇ ਆਧਾਰ ਦੇ ਉੱਤੇ ਕੋਈ ਦੇਸ਼ ਹੀ ਨਹੀਂ ਬਣ ਸਕਦਾ। ਜਦ ਧਰਮ ਦੇ ਆਧਾਰ ਦੇ ਉੱਤੇ ਤੁਸੀਂ ਇਸ ਤਰ੍ਹਾਂ ਦੀ ਰਾਜਨੀਤੀ ਕਰ ਹੀ ਨਹੀਂ ਸਕਦੇ ਹੋ। ਤੇ ਅਸਲ ਦੇ ਵਿੱਚ ਧਰਮ ਦੀ ਆੜ ਦੇ ਵਿੱਚ ਇੰਡੀਆ ਦੇ ਵਿੱਚ ਉਹ ਸਾਰਾ ਕੁਝ ਹੋ ਹੀ ਰਿਹਾ, ਲੇਕਿਨ ਉਹ ਇੱਕ ਪਰਦਾ ਪਾ ਕੇ ਜਿਹੜੀ ਆ ਉਹ ਚੀਜ਼ ਕੀਤੀ ਜਾ ਰਹੀ ਹੈਗੀ ਆ। ਤੇ ਇੱਕ ਪਾਸਾ ਉਹ ਹੈ ਕਿ ਜਿੱਥੇ ਇੱਕ ਮਾਡਲ, ਨਵਾਂ ਇੱਕ ਮਾਡਲ ਦੁਨੀਆ ਦੇ ਸਾਹਮਣੇ ਜਿਹੜਾ ਉਹ ਸਿਰਜਿਆ ਜਾ ਰਿਹਾ ਹੈਗਾ, ਉਹ ਆਲਮੋਸਟ ਉਹ ਸਿਰਜਿਆ ਕਿੰਨਾ ਉਹ ਜਿਹੜਾ ਹੈ ਉਹ ਐਸਟੈਬਲਿਸ਼ ਹੁੰਦਾ ਤੇ ਕਿੰਨਾ ਕੁ ਉਹ ਜਿਹੜਾ ਹੈ ਅੱਗੇ ਵਧਦਾ ਹੈਗਾ, ਇਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈ ਕੁਛ ਸਮੇਂ ਦੇ ਵਿੱਚ ਜਿਹੜਾ ਉਹ ਪਤਾ ਲੱਗ ਜਾਏਗਾ। ਤੇ ਕੀ ਆਪਾਂ ਇਹ ਕਹਿਣ ਦੇ ਹੱਕਦਾਰ ਹੈਗੇ ਆ ਹਾਲੇ ਕਿ ਜਿਹੜਾ ਇੰਟਰਨੈਸ਼ਨਲ ਲੈਵਲ ਦੇ ਉੱਤੇ ਇਹ ਕਿਹਾ ਜਾ ਸਕਦਾ ਹੈਗਾ, ਜਾਂ ਭਾਰਤ ਦੇ ਹਵਾਲੇ ਦੇ ਨਾਲ ਇਹ ਕਿਹਾ ਜਾ ਸਕਦਾ ਹੈਗਾ, ਲਿਖੋ ਜੀ ਤੁਸੀਂ ਜਿੱਦਾਂ ਪ੍ਰਾਪੇਗੰਡਾ ਹੋ ਰਿਹਾ ਜੀ ਹੁਣ ਇੱਕ ਨਵੀਂ ਜਿੱਦਾਂ ਉਹਨਾਂ ਦੇ ਆਜ਼ਾਦੀ ਦਿਨ ਸੀਗਾ ਤੇ ਉਹਦੇ ਤੇ ਉਹ ਜਿਹੜੇ ਹੈ ਕਿ ਇੱਕ ਮੁਜ਼ਾਹਰਾ ਹੋ ਗਿਆ ਜੀ ਉਹਨਾਂ ਦਾ, ਉਹਨਾਂ ਨੇ ਜੇ ਦੇਖਿਆ ਜਾਵੇ, ਦੇਖੋ ਫਿਰ ਮੈਂ ਇਹ ਗੱਲ ਕਹਿ ਰਿਹਾ ਕਿ ਅਸੀਂ ਕੋਈ ਕਿਸੇ ਆਈਡੀਓਲੋਜੀ ਦੇ ਹਮਾਇਤੀ ਹੋਈਏ ਜਾਂ ਨਾ ਹੋਈਏ, ਲੇਕਿਨ ਇੱਕ ਜਿਹੜੀ ਚੀਜ਼ ਤੁਹਾਨੂੰ ਇੰਡੀਕੇਟ ਕਰ ਰਹੀ ਹੈ ਚੰਗੀ ਚੀਜ਼ ਵਾਲੇ ਬੰਨੇ, ਉਹਦੀ ਜੇ ਆਪਾਂ ਤਾਰੀਫ ਨਹੀਂ ਕਰਾਂਗੇ ਤਾਂ ਫਿਰ ਗੱਲ ਬਣਦੀ ਨਹੀਂ। ਫਿਰ ਅਸੀਂ ਸੱਚ ਤੋਂ ਦੂਰ ਜਾਵਾਂਗੇ, ਅਸਲੀਅਤ ਤੋਂ ਦੂਰ ਜਾਵਾਂਗੇ। ਸੋ ਅਸਲੀਅਤ ਤੋਂ ਦੂਰ ਜੇ ਸਾਨੂੰ ਕੋਈ ਦੂਸਰਾ ਮੀਡੀਆ ਕਰਦਾ ਪਿਆ ਤੇ ਜ਼ਰੂਰੀ ਨਹੀਂ ਕਿ ਅਸੀਂ ਉਹਦੇ ਨਾਲ ਜਾ ਕੇ ਖੜ ਲਈਏ, ਕਿ ਬਹੁਤ ਹੀ ਨਹੀਂ ਕਿ ਉਸ ਭੀੜ ਦਾ ਹਿੱਸਾ ਅਸੀਂ ਵੀ ਲੋਕ ਬਣੀਏ। ਅਸੀਂ ਉਸ ਭੀੜ ਤੋਂ ਅਲੱਗ ਵੀ ਦੇਖ ਸਕਦੇ ਹਾਂ, ਉਸ ਭੀੜ ਤੋਂ ਆਪਣੀ ਇੱਕ ਸੋਚ ਤੇ ਸਮਝ ਨੂੰ ਅਸੀਂ ਜਿਹੜਾ ਹੈ ਉਜਾਗਰ ਕਰ ਸਕਦੇ ਹੈਗੇ ਆ ਕਿ ਦੇਖਿਆ ਜਾਵੇ, ਹਾਲੇ ਸਮਾਂ ਦਿੱਤਾ ਜਾਵੇ ਕਿ ਉਹ ਚੀਜ਼ ਨੂੰ। ਠੀਕ ਹੈ ਕਿ IMF ਨੇ ਉਹਨਾਂ ਦੀ ਫੰਡਿੰਗ ਬੰਦ ਕਰ ਦਿੱਤੀ, ਜਿਹੜੀ ਇੰਟਰਨੈਸ਼ਨਲ ਜਿਹੜੀ ਹੈਗੀ ਮੋਨੀਟਰਿੰਗ ਫੰਡਿੰਗ ਹੁੰਦੀ ਆ ਉਹ ਵੀ ਬੰਦ ਕਰ ਦਿੱਤੀ। ਦੇਖੋ ਇਹ ਤਾਂ ਸਾਰਾ ਕੁਝ ਹੋਣਾ ਹੀ ਆ, ਇਹ ਤਾਂ ਸਾਰਾ ਕੁਝ ਹੋਏ ਵਾਪਰੇਗਾ ਹੀ, ਕਿਉਂਕਿ ਜਿੱਦਾਂ ਮੈਂ ਪਹਿਲਾਂ ਕਿਹਾ ਹੈਗਾ ਕਿ ਉਹਨਾਂ ਨੂੰ ਜਿਹੜੀ ਤਾਲਿਬਾਨ ਨੂੰ ਹੱਲੇ ਵੀ ਟੈਰਰਿਸਟ ਜਿਹੜੀ ਹੈਗੀ ਆ ਜਥੇਬੰਦੀ ਜਿਹੜਾ ਹੈ ਉਹ ਜਿਹੜਾ ਹੈ ਉਹ ਸਮਝਿਆ ਜਾਂਦਾ, ਜਾਂ ਉਹਨਾਂ ਦੇ ਉੱਤੇ ਇਸ ਚੀਜ਼ ਦਾ ਠੱਪਾ ਹੈਗਾ। ਉਹ ਕਿੱਦਾਂ ਲਾਉਂਦੇ ਨੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ, ਕਿਉਂਕਿ ਕਿੱਦਾਂ ਦਾ ਉਹ ਬਿਹੇਵ ਕਰਦੇ ਨੇ, ਕਿੱਦਾਂ ਉਹਨਾਂ ਦੀ ਟਰੈਵਲਿੰਗ ਕਿੱਦਾਂ ਸਟਾਰਟ ਹੁੰਦੀ ਆ। ਪਰ ਲੇਕਿਨ ਸਟਾਰਟਿੰਗ ਜਿਹੜੀ ਆ ਉਹ ਵਧੀਆ ਲੱਗ ਰਹੀ ਆ। ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਸਾਹਮਣੇ ਇੱਕ ਸਟਰਕਚਰ ਬਣਦਾ ਵੀ ਦਿਖ ਜਾਏਗਾ, ਕਿਉਂਕਿ ਅਸੀਂ ਗੱਲ ਕਰਦੇ ਹਾਂ ਅਲੱਗ ਤਰੀਕੇ ਦੇ ਨਾਲ, ਸਿੱਖ ਨੁਕਤਾ ਨਿਗਾਹ ਤੋਂ ਗੱਲ ਕਰਦੇ ਪਏ ਹਾਂ ਕਿ ਜਿਹੜਾ ਸਾਡੇ ਮਨ ਦੇ ਵਿੱਚ ਇੱਕ ਚੀਜ਼ ਭਰ ਕੇ ਤੇ ਬਹੁਤ ਸਾਰੇ ਬੰਦੇ ਜਦੋਂ ਉਹਨਾਂ ਦੀ ਆਵਾਜ਼ ਬੰਦ ਕਰ ਦਿੱਤੀ ਜਾਂਦੀ ਆ, ਜਾਂ ਉਹਨਾਂ ਨੂੰ ਬੋਲਣ ਨਹੀਂ ਦਿੱਤਾ ਜਾਂਦਾ, ਜਾਂ ਫਰੀडम ਆਫ ਸਪੀਚ ਦੇ ਉੱਤੇ ਪਾਬੰਦੀਆਂ ਲੱਗ ਜਾਂਦੀਆਂ ਨੇ, ਤਾਂ ਉਦੋਂ ਅਸੀਂ ਫਿਰ ਬੋਲਣਾ ਬੰਦ ਕਰ ਦਿੰਦੇ ਆ, ਤੇ ਜਾਂ ਅਸੀਂ ਥੋੜਾ ਜਿਹਾ ਫਿਰ ਪਾਸਾ ਜਿਹਾ ਵੱਟ ਕੇ ਗੋਲਮੋਲ ਜੀ ਗੱਲ ਕਰਕੇ ਤੇ ਅਸੀਂ ਵੀ ਉਸ ਭੀੜ ਦੇ ਹਿੱਸੇ ਦੇ ਵਿੱਚ ਹੀ ਜਿਹੜਾ ਹੈ ਉਹ ਤੁਰੇ ਫਿਰਦੇ ਆ। ਆਪਣੀ ਗੱਲ ਕਹਿਣ ਦੀ ਅਸੀਂ ਨਾ ਤਾਂ ਹਿੰਮਤ ਕਰਦੇ ਆ ਤੇ ਨਾ ਹੀ ਅਸੀਂ ਉਹ ਗੱਲ ਨੂੰ ਜਿਹੜਾ ਹੈ ਚੜਾਉਣ ਦੀ ਜਿਹੜੀ ਆ ਉਹ ਕੋਸ਼ਿਸ਼ ਕਰਦੇ ਆ। ਤੇ ਫਿਰ ਵਿੱਚੇ ਸਾਡੀ ਆਈਡੀਓਲੋਜੀ, ਵਿੱਚੇ ਸਾਡੀ ਵਿਚਾਰਧਾਰਾ, ਵਿੱਚੇ ਸਾਡੀ ਗੁਰੂਆਂ ਦੀ ਸਿੱਖਿਆ, ਵਿੱਚੇ ਹੀ ਸਾਡਾ ਜਿਹੜਾ ਧਰਮ ਆ ਉਹ ਸਾਰਾ ਕੁਝ ਦਬਰੂ ਕੁਸਰੂ ਹੋ ਕੇ ਉੱਥੇ ਹੀ ਦੱਬਿਆ ਜਾਂਦਾ ਹੈਗਾ। ਤੇ ਅਸੀਂ ਕਿਸੇ ਵੀ ਤਰੀਕੇ ਦੇ ਨਾਲ
ਆਪਣੇ ਜਿਹੜੇ ਧਾਰਮਿਕ ਅਕੀਦੇ ਨੇ ਉਹਨਾਂ ਤੋਂ ਬਹੁਤ ਜ਼ਿਆਦਾ ਦੂਰ ਜਿਹੜਾ ਉਹ ਚਲੇ ਜਾਂਦੇ ਹੈਗੇ ਆ। ਸੋ ਇਹ ਥਿਊਰੀ ਇੱਕ ਜਿਹੜੀ ਫੇਲ ਹੋਣ ਦਾ ਜਿਹੜਾ ਕਾਰਨ ਆ, ਜਿੱਦਾਂ ਮੈਂ ਕੱਲ ਵੀ ਗੱਲ ਪ੍ਰੋਗਰਾਮ ਦੇ ਵਿੱਚ ਮੈਂ ਸਵਾਲ ਵੀ ਆਪਣੇ ਗੈਸਟ ਕੋ ਪੁੱਛਿਆ ਸੀਗਾ ਕਿ ਵੈਸਟ ਦਾ ਜਿਹੜਾ ਪ੍ਰਭਾਵ ਆ ਉਹ ਖਤਮ ਹੋ ਸਕਦਾ। ਤੇ ਅੱਜ ਦੀ ਡੇਟ ਦੇ ਵਿੱਚ ਜੇ ਦੇਖਿਆ ਜਾਵੇ ਕਿ ਜੇ ਡਿਪਲੋਮੈਟਿਕਲੀ ਉਹਨਾਂ ਨੇ ਇਹ ਚੀਜ਼ਾਂ ਬਿਲਕੁਲ ਜ਼ਾਹਰਾ ਰੂਪ ਦੇ ਵਿੱਚ ਸਾਹਮਣੇ ਆ ਗਈਆਂ ਤੇ ਫਿਰ ਇੱਕ ਅਲੱਗ ਵਰਲਡ ਵੀ ਸਾਡੇ ਸਾਹਮਣੇ ਆ ਸਕਦਾ, ਇੱਕ ਅਲੱਗ ਦੁਨੀਆ ਵੀ ਉਸ ਸਟਰਕਚਰ ਦੀ ਜਿਹੜੀ ਆ ਉਹ ਸਾਹਮਣੇ ਆ ਸਕਦੀ ਹੈਗੀ ਆ। ਤੇ ਉਸ ਹਵਾਲੇ ਦੇ ਨਾਲ ਸਾਡਾ ਬਹੁਤ ਕੁਝ ਬਚ ਸਕਦਾ ਹੈਗਾ। ਵਕਬਾ ਇੱਕ ਬ੍ਰੇਕ ਦਾ ਹੋ ਗਿਆ, ਬ੍ਰੇਕ ਤੇ ਆਪਾਂ ਨੂੰ ਜਾਣਾ ਪੈਣਾ। ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਆ ਤੇ ਅਖੀਰਲੇ ਸੈਗਮੈਂਟ ਦੇ ਵਿੱਚ ਬਾਕੀ ਰਹਿੰਦੀਆਂ ਗੱਲਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਆਪਾਂ ਸਾਂਝੀਆਂ ਕਰਦੇ ਆ। ਮਿਲਦੇ ਹਾਂ ਜੀ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਸੋ ਬ੍ਰੇਕ ਤੋਂ ਬਾਅਦ ਦਰਸ਼ਕੋ ਸਵਾਗਤ ਹੈ। ਪ੍ਰੋਗਰਾਮ ਚੱਲ ਰਿਹਾ ਜੀ ਖੁੱਲਾ ਸੱਦਾ। ਉਮੀਦ ਕਰਦਾ ਤੁਹਾਨੂੰ ਪ੍ਰੋਗਰਾਮ ਪਸੰਦ ਆ ਰਿਹਾ ਹੋਵੇਗਾ। ਆਪਣੀ ਫੀਡਬੈਕ ਜ਼ਰੂਰ ਸਾਡੇ ਤੱਕ ਪਹੁੰਚਦੀ ਕਰਿਆ ਕਰੋ। ਸਾਡੇ ਨਾਲ ਕੋਈ ਵੀ ਤੁਸੀਂ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਤੁਸੀਂ 6475281016 ਦੇ ਉੱਤੇ ਮੇਰੇ ਨਾਲ ਡਾਇਰੈਕਟ ਗੱਲਬਾਤ ਜਿਹੜੀ ਆ ਉਹ ਕੀਤੀ ਜਾ ਸਕਦੀ ਹੈਗੀ ਆ। ਤੇ ਆਓ ਆਪਾਂ ਪ੍ਰੋਗਰਾਮ ਦੇ ਵਿੱਚ ਜਿਹੜਾ ਹੈ ਅੱਗੇ ਵਧਦੇ ਹਾਂ, ਗੱਲਬਾਤ ਕਰਦੇ ਹਾਂ। ਤਕਰੀਬਨ ਕੋਈ 3 ਮਿੰਟ ਦਾ ਸਮਾਂ ਜਿਹੜਾ ਹੈ ਸਾਡੇ ਕੋਲ ਬਾਕੀ ਅੱਜ ਦੇ ਦਿਨ ਦੇ ਵਾਸਤੇ, ਤੇ ਆਪਾਂ ਆਪਣੀ ਗੱਲਬਾਤ ਨੂੰ ਕੰਪਲੀਟ ਕਰਦੇ ਹਾਂ। ਸੋ ਮਾਫ ਕਰਨਾ, ਅੱਜ ਥੋੜਾ ਪ੍ਰੋਗਰਾਮ ਲੇਟ ਸ਼ੁਰੂ ਹੋਇਆ ਸੀਗਾ ਤੇ ਕੁਝ ਟੈਕਨੀਕਲ ਇਸ਼ੂ ਸੀ, ਉਹਦੇ ਕਰਕੇ ਪ੍ਰੋਗਰਾਮ ਲੇਟ ਅਸੀਂ ਸ਼ੁਰੂ ਕਰ ਪਾਏ। ਸੋ ਉਹਦੇ ਵਾਸਤੇ ਅਸੀਂ ਤੁਹਾਡੇ ਕੋਲ ਮਾਫੀ ਜਿਹੜੀ ਆ ਉਹ ਮੰਗਦੇ ਹੈਗੇ ਆ। ਕੱਲ ਤੋਂ ਅਸੀਂ ਸਮੇਂ ਸਿਰ ਪ੍ਰੋਗਰਾਮ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕਰਾਂਗੇ। ਸੋ ਆਓ ਆਪਾਂ ਅੱਗੇ ਗੱਲ ਨੂੰ ਵਧਾਉਂਦੇ ਹੈਗੇ। ਸੋ ਮੈਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਗੱਲ ਕੀਤੀ ਸੀ ਕਿ ਜਿਹੜੀਆਂ ਸਾਡੀਆਂ ਪਰੰਪਰਾਵਾਂ ਨੇ, ਜੇ ਕੋਈ ਮਾਡਲ ਉਹ ਸਿਰਜ ਦਿੰਦੇ ਨੇ ਆਪਣੇ ਅਕੀਦੇ ਆਪਣੇ ਧਰਮ ਅਨੁਸਾਰ, ਤੇ ਜਿੱਥੇ ਉਹਨਾਂ ਦੇ ਉੱਤੇ ਇਸ ਚੀਜ਼ ਦਾ ਠੱਪਾ ਲੱਗਿਆ ਹੋਇਆ ਕਿ ਉਹ ਬਹੁਤ ਕੱਟੜਪੰਥੀ ਆ, ਬਹੁਤ ਉਹ ਮਤਲਬ ਕਿ ਆਪਣੇ ਤਰੀਕੇ ਦੇ ਨਾਲ ਬਹੁਤ ਸਾਰੇ ਪਾਬੰਦੀਆਂ ਦੇ ਨਾਲ ਆਪਣਾ ਰਾਜ ਭਾਗ ਜਿਹੜਾ ਹੈ ਉਹ ਚਲਾਉਣਗੇ। ਸੋ ਇੱਕ ਚੀਜ਼ ਤਾਂ ਜਿਹੜੀ ਅੱਜ ਸਾਨੂੰ ਦਿਖ ਰਹੀ ਆ ਕਿ ਉਹਦੇ ਵਿੱਚ ਸਾਨੂੰ ਉਸ ਤਰ੍ਹਾਂ ਦੇ ਨਾਲ ਨਹੀਂ ਦਿਖਿਆ ਹੈਗਾ। ਪਰ ਦੂਸਰੀ ਸਾਈਡ ਦੇ ਉੱਤੇ ਅਸੀਂ ਆਪਣੇ ਸਿੱਖ ਨੁਕਤਾ ਨਿਗਾਹ ਤੋਂ ਦੇਖੀਏ ਤਾਂ ਅਸੀਂ ਤਾਂ ਬਹੁਤ ਲਿਬਰਲ ਆ। ਅਸੀਂ ਤਾਂ ਜੇ 176-77 ਦੇਸ਼ਾਂ ਦੇ ਵਿੱਚ ਜਾ ਕੇ ਉਹਨਾਂ ਲੋਕਾਂ ਦੀ ਬੋਲੀ ਨੂੰ ਵੀ ਐਕਸੈਪਟ ਕੀਤਾ, ਉਹਨਾਂ ਦੇ ਕਲਚਰ ਨੂੰ ਵੀ ਐਕਸੈਪਟ ਕੀਤਾ, ਉਹਨਾਂ ਦੇ ਵੈਦਰ ਨੂੰ ਵੀ ਐਕਸੈਪਟ ਕੀਤਾ, ਉਹਨਾਂ ਦੇ ਬਹੁਤ ਸਾਰੇ ਤਿਉਹਾਰ ਜਿਹੜੇ ਨੇ ਉਹਨਾਂ ਦੇ ਵਿੱਚ ਸਾਡੀ ਸ਼ਮੂਲੀਅਤ ਜਾਂ ਸਾਰਾ ਕੁਝ ਅਸੀਂ ਈਜ਼ੀਲੀ ਐਡਜਸਟ ਕਰ ਜਾਂਦੇ ਹਾਂ, ਕਿਉਂਕਿ ਸਾਡੇ ਕੋਲ ਇੱਕ ਬਹੁਤ ਵੱਡਾ ਜਿਹੜਾ ਸਰਬੱਤ ਦੇ ਭਲੇ ਦਾ ਸਿਧਾਂਤ ਹੈਗਾ। ਸੋ ਸਾਡੇ ਵਿੱਚ ਇਸ ਤਰ੍ਹਾਂ ਦੀ ਕੱਟੜਤਾ ਜਿਹੜੀ ਆ ਉਹ ਨਹੀਂ ਹੈਗੀ। ਭਾਵੇਂ ਕਿ ਜਿਹੜੀ ਦੂਸਰੀ ਕਮਿਊਨਿਟੀ ਹੈ ਜਿਹਦੇ ਨਾਲ ਅਸੀਂ ਰਹਿ ਰਹੇ ਹਾਂ ਉਹ ਸਾਡੇ ਤੇ ਇਹੀ ਠੱਪੇ ਲਾਉਂਦੇ ਨੇ, ਜਦ ਕਿ ਉਹਨਾਂ ਵਿੱਚ ਕਰੂਰਤਾ ਤੇ ਕੱਟੜਤਾ ਦਾ ਕੋਈ ਅੰਤ ਹੀ ਨਹੀਂ ਹੈਗਾ। ਉਹ ਕੁੱਟ ਕੇ ਉਹਨਾਂ ਦੇ ਵਿੱਚ ਭਰੀ ਹੋਈ ਆ, ਜਿੱਥੇ ਜਿਹੜੀ ਜੇ ਆਪਾਂ ਇਹ ਕਹਿ ਲਈਏ ਕਿ ਉਹ ਐਡੇ ਕੁ ਜ਼ਿਆਦਾ ਉਹਨਾਂ ਦੇ ਵਿੱਚ ਕਰੂਰਤਾ ਭਰੀ ਆ ਕਿ ਜਦੋਂ ਉਹ ਆਪਣੀ ਕਰੂਰਤਾ ਦੇ ਉੱਤੇ ਆ ਜਾਂਦੇ ਨੇ ਤੇ ਫਿਰ ਜੈਨੋਸਾਈਡ ਉਹ ਜਿਹੜਾ ਉਹ ਕਰਦੇ ਨੇ, ਜਿਹੜਾ ਕਿ ਸਾਡੇ ਧਰਮ ਦੇ ਵਿੱਚ ਪਿਛਲੇ ਇੰਨੇ 100 ਸਾਲਾਂ ਦੇ ਵਿੱਚ ਕਦੀ ਕਿਸੇ ਕੌਮ ਨੇ ਜਿਹੜਾ ਅਸੀਂ ਆਪਣੇ ਤੌਰ ਦੇ ਉੱਤੇ ਕਿਸੇ ਦੇ ਉੱਤੇ ਇਸ ਤਰ੍ਹਾਂ ਦਾ ਜ਼ੁਲਮ ਨਹੀਂ ਕੀਤਾ। ਹਾਂ, ਜ਼ੁਲਮੀ ਇਨਸਾਨ ਨੂੰ ਸਜ਼ਾ ਜ਼ਰੂਰ ਦਿੱਤੀ ਆ ਤੇ ਉਹ ਸਾਡੇ ਧਰਮ ਦਾ ਇੱਕ ਹਿੱਸਾ ਉਹ ਜ਼ਰੂਰ ਦੇਵਾਂਗੇ, ਆਉਣ ਵਾਲੇ ਸਮੇਂ ਦੇ ਵਿੱਚ ਵੀ ਦੇਵਾਂਗੇ। ਜੇ ਕੋਈ ਸਾਡਾ ਦਰਬਾਰ ਢਾਉਣ ਆ ਗਿਆ ਤੇ ਸਜ਼ਾ ਉਹਨੂੰ ਵੀ ਦਿੱਤੀ ਆ। ਜੇ ਕੋਈ ਸਾਡੇ ਦੇ ਉੱਤੇ ਸਾਡੇ ਸਿੱਖ ਨੌਜਵਾਨੀ ਨੂੰ ਜਿਹਨੇ ਮਾਰਿਆ, ਸਜ਼ਾ ਉਹਨੂੰ ਵੀ ਦਿੱਤੀ ਆ। ਜੇ ਕੋਈ ਸਾਡੇ ਧਰਮ ਦੇ ਉੱਤੇ ਆ ਕੇ ਕੋਈ ਇਹੋ ਜਿਹੀ ਗੱਲਬਾਤ ਉਹਨੇ ਕੀਤੀ ਆ ਤੇ ਸਜ਼ਾ ਉਹਨੂੰ ਵੀ ਦਿੱਤੀ ਆ। ਤੇ ਇਹ ਹੋਣਾ ਚਾਹੀਦਾ, ਕਿਉਂਕਿ ਇਸ ਤਰ੍ਹਾਂ ਦੇ ਨਾਲ ਤਾਂ ਤੁਹਾਡੇ ਤੇ ਉੱਤੇ ਧਾਰਮਿਕ ਹਮਲੇ ਜਿਹੜੇ ਨੇ ਉਹ ਰੁਕਣਗੇ ਨਹੀਂ। ਇਸ ਕਰਕੇ ਬਾਕੀ ਚੀਜ਼ਾਂ ਦੇ ਮੁਕਾਬਲੇ ਅਸੀਂ ਕਦੀ ਵੀ ਜੇ ਇਹ ਚੀਜ਼ ਇਸ ਤਰ੍ਹਾਂ ਦੀ ਹੁੰਦੀ ਤੇ 40 ਸਾਲ ਦਾ ਜਿਹੜਾ ਸਾਡਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ, ਉਹਦੇ ਵਿੱਚ ਜਿੱਦਾਂ ਮੁਗਲਾਂ ਦੇ ਨੇ ਸਾਡੇ ਉੱਤੇ ਤਸ਼ੱਦਦ ਢਾਇਆ ਸੀ, ਤਾਂ ਫਿਰ ਮਹਾਰਾਜਾ ਰਣਜੀਤ ਸਿੰਘ ਤਾਂ 40 ਸਾਲ ਬਦਲਾ ਹੀ ਬਹੁਤ ਲਿਆ ਜਿਹੜਾ ਸੀਗਾ ਉਹ ਲਿਆ ਜਾਣਾ ਸੀਗਾ।
ਫਿਰ ਤਾਂ ਮੈਨੂੰ ਲੱਗਦਾ ਕਿ ਸਿੱਧੀ ਇੱਕ ਟੱਕਰ ਸੀ। ਜਦੋਂ ਉਹਨਾਂ ਕੋਲ ਪਾਵਰ ਵੀ ਸੀ, ਸਾਰਾ ਕੁਛ ਹੀ ਸੀ, ਫਿਰ ਤਾਂ ਬਹੁਤ ਜਿਹੜੀ ਆ ਕਰੂਰਤਾ ਜਿਹੜੀ ਸਾਡੇ 'ਚ ਹੈ ਹੀ ਨਹੀਂ, ਜਿਹੜਾ ਸਾਡੇ ਤੇ ਠੱਪਾ ਲਾ ਦਿੱਤਾ ਤਾਂ ਇਹ ਤਾਂ ਜੀ ਅੱਤਵਾਦੀ ਆ, ਇਹ ਤਾਂ ਜੀ ਵੱਖਵਾਦੀ ਆ, ਇਹ ਤਾਂ ਜੀ ਫਲਾਣੇ ਨੇ, ਇਹਨਾਂ ਦੇ ਵਿੱਚ ਤਾਂ ਕੱਟੜਤਾ ਜੀ। ਆ ਸਾਡੇ ਵੀ ਬੀਬੀਆਂ ਦਾੜੀਆਂ ਵਾਲੇ ਵੀ ਕਹਿਣਗੇ ਸਾਡੇ ਕੁਛ ਕੱਟੜ ਲੋਕ, ਪਤਾ ਨਹੀਂ ਉਹਨਾਂ ਨੂੰ ਕੱਟੜਤਾ ਕਿੱਥੋਂ ਦਿਖਦੀ ਆ। ਜੇ ਉਹਨਾਂ ਨੂੰ ਜੇ ਕੋਈ ਆਪਣੇ ਧਾਰਮਿਕ ਅਕੀਦੇ ਨੂੰ ਮੁੱਖ ਰੱਖ ਕੇ ਕੋਈ ਗੱਲਬਾਤ ਕਰਦਾ, ਉਹ ਕੱਟੜਤਾ। ਉਹ ਜੇ ਕੋਈ ਆਪਣੇ ਸਿੱਖੀ ਉਸੂਲਾਂ ਦੇ ਉੱਤੇ ਪੂਰਨ ਤੌਰ ਦੇ ਉੱਤੇ ਚੱਲਦਾ ਤੇ ਫਿਰ ਉਹ ਕੱਟੜਤਾ। ਸੋ ਕਹਿਣ ਦਾ ਮਤਲਬ, ਮੇਰਾ ਮਤਲਬ ਇਹ ਹੈਗਾ ਕਿ ਜਦੋਂ ਥਿਊਰੀਆਂ ਦੁਨੀਆ ਦੇ ਵਿੱਚ ਝੁਠਲਾਈਆਂ ਗਈਆਂ ਹੋਣ ਤੇ ਸਾਨੂੰ ਉਹਨਾਂ ਥਿਊਰੀਆਂ ਦਾ ਵੀ ਜਿਹੜਾ ਅਹਿਸਾਸ ਕਰਨਾ ਚਾਹੀਦਾ ਹੈਗਾ। ਅਸੀਂ ਆਪਣੇ ਧਾਰਮਿਕ ਪੱਖ ਨੂੰ, ਆਪਣੀ ਵਿਚਾਰਧਾਰਾ ਨੂੰ ਨਾਲ ਲੈ ਕੇ ਵੀ ਆਪਣਾ ਰਾਜ ਭਾਗ ਜਿਹੜਾ ਹੈ ਉਹ ਵਾਪਸ ਲੈ ਸਕਦੇ ਹਾਂ, ਤੇ ਅਸੀਂ ਉਸ ਤਰ੍ਹਾਂ ਦੇ ਨਾਲ ਹੀ ਸਾਨੂੰ ਲੈਣਾ ਪਵੇਗਾ, ਕਿਉਂਕਿ ਇਹ ਅਸਲ ਦੇ ਵਿੱਚ ਜਿਹੜਾ ਹੈ ਉਹ ਸਹੀ ਤਰੀਕਾ, ਤੇ ਜਿਹੜਾ ਸਾਨੂੰ ਦਿਖਾਇਆ ਜਾ ਰਿਹਾ ਜਾਂ ਸਾਡੇ ਸੋ ਕਾਲਡ ਉਹੋ ਜਿਹੇ ਪ੍ਰਚਾਰਕਾਂ ਜਾਂ ਉਹੋ ਜਿਹੇ ਐਕਟਿਵਿਸਟ ਬੰਦਿਆਂ ਵੱਲੋਂ ਇਹ ਠੱਪਾ ਲਾਉਣ ਦੀ ਜਾਂ ਇਹ ਚੀਜ਼ ਕਰਨ ਦੀ ਤੇ ਉਹ ਦਿਨ ਲੱਦ ਗਏ ਜੀ। ਮੈਨੂੰ ਲੱਗਦਾ ਕਿ ਉਹਨਾਂ ਦੇ ਮੂੰਹ ਦੇ ਉੱਤੇ ਇੱਕ ਕਰਾਰੀ ਚਪੇੜ ਜਿਹੜੀ ਆ ਉਹ ਇਸ ਟਾਈਮ ਦੇ ਉੱਤੇ ਵੱਜੀ ਆ। ਸੋ ਇਸ ਕਰਕੇ ਸਾਨੂੰ ਸਾਰੇ ਹੀ ਜਿਹੜੀਆਂ ਦੁਨੀਆ ਦੇ ਵਿੱਚ ਹੋ ਰਹੀਆਂ ਐਕਟੀਵਿਟੀਜ਼ ਨੇ ਉਹਨਾਂ ਨੂੰ ਮੱਦੇਨਜ਼ਰ ਰੱਖ ਕੇ ਆਪਣੀ ਜਿਹੜੇ ਪ੍ਰੋਗਰਾਮ ਨੇ ਉਸ ਤਰ੍ਹਾਂ ਦੇ ਨਾਲ ਸਾਨੂੰ ਉਲੀਕਣੇ ਪੈਣਗੇ, ਤੇ ਸਾਨੂੰ ਸੰਜਮ ਰੱਖਣਾ ਪਏਗਾ। ਸਾਨੂੰ ਹਰ ਉਹ ਤਰੀਕਾ ਅਪਣਾਉਣਾ ਪਏਗਾ ਕਿ ਜਿੱਥੇ ਸਾਡੇ ਕਿਸੇ ਵੀ ਦੁਨੀਆ ਭਰ ਦੇ ਵਿੱਚ ਕੋਈ ਸਿੱਖ ਬੈਠਾ, ਉਸ ਨੂੰ ਵੀ ਮੱਦੇਨਜ਼ਰ ਰੱਖ ਕੇ ਸਾਨੂੰ ਆਪਣੀ ਜਿਹੜੇ ਸਟੇਟਮੈਂਟਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਬੋਲਣਾ ਚਾਹੀਦਾ, ਉਸ ਤਰ੍ਹਾਂ ਦੇ ਨਾਲ ਗੱਲਬਾਤ ਰੱਖਣੀ ਚਾਹੀਦੀ ਹੈਗੀ ਆ। ਆਪਣੇ ਧਾਰਮਿਕ ਤੌਰ ਦੇ ਉੱਤੇ ਸਾਨੂੰ ਜਿਹੜਾ ਹੈ ਉਹ ਆਪਣੀ ਗੱਲਬਾਤ ਜਿਹੜੀ ਆ ਉਹ ਸਟਰੋਂਗ ਰੱਖਣੀ ਚਾਹੀਦੀ ਆ, ਤੇ ਬਾਕੀ ਕਮਿਊਨਿਟੀਆਂ ਦੇ ਨਾਲ ਅਸੀਂ ਕਿਵੇਂ ਵਿਚਰਨਾ ਹੈਗਾ ਜਾਂ ਬਾਕੀਆਂ ਨਾਲ ਸਾਡੀ ਜਿਹੜੀ ਉਹ ਸਾਂਝ ਕਿਵੇਂ ਬਣਨੀ ਚਾਹੀਦੀ ਆ, ਉਹ ਉਸ ਤਰ੍ਹਾਂ ਦੇ ਨਾਲ ਸਾਨੂੰ ਉਹਨਾਂ ਦੇ ਵਰਤੀਰੇ ਮੁਤਾਬਕ ਜਿਹੜਾ ਹੈ ਉਹ ਸਾਨੂੰ ਐਕਟ ਔਰ ਰੈਕਟ ਜਿਹੜਾ ਹੈ ਉਹ ਕਰਨਾ ਚਾਹੀਦਾ ਹੈਗਾ। ਉਮੀਦ ਕਰਦਾ ਕਿ ਤੁਹਾਨੂੰ ਅੱਜ ਵਾਲਾ ਸਾਡਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕੱਲ ਮੇਰੀ ਕੋਸ਼ਿਸ਼ ਰਹੇਗੀ ਕਿ ਮੈਂ ਤੁਹਾਨੂੰ ਕੱਲ ਅਫਗਾਨਿਸਤਾਨ ਦੀ ਅੰਦਰ ਦੀ ਜਿਹੜੀ ਸਥਿਤੀ ਹੈਗੀ ਆ ਉਹਦੇ ਤੇ ਜਾਣਕਾਰੀ ਜਿਹੜੀ ਹੈ ਉਹ ਦਿੱਤੀ ਜਾਵੇ, ਤੇ ਕੁਛ ਨਾ ਕੁਛ ਆਪਾਂ ਕੋਸ਼ਿਸ਼ ਕਰਾਂਗੇ ਕਿ ਕੱਲ ਅਫਗਾਨਿਸਤਾਨ ਤੋਂ ਸਿੱਧੀ ਗੱਲਬਾਤ ਜਿਹੜੀ ਆ ਉਹ ਕੀਤੀ ਜਾ ਸਕੇ, ਤਾਂ ਕਿ ਜਿਹੜਾ ਖੁੱਲ੍ਹ ਕੇ ਜੋ ਸਾਡੇ ਭਰਮ ਭੁਲੇਖੇ ਪਾਏ ਜਾ ਰਹੇ ਨੇ ਉਹਨਾਂ ਦੇ ਆਪਾਂ ਗੱਲਬਾਤ ਜਿਹੜੀ ਆ ਉਹ ਕਰੀਏ। ਸੋ ਮੇਰੀ ਕੋਸ਼ਿਸ਼ ਜਿਹੜੀ ਆ ਉਹ ਕੱਲ ਸਿੱਧੀ ਅਫਗਾਨਿਸਤਾਨ ਗੱਲਬਾਤ ਦੇ ਨਾਲ ਹੋਏਗੀ। ਸੋ ਆਪਾਂ ਕੱਲ ਮਿਲਦੇ ਹੈਗੇ ਆ। ਡਰਨਾ ਜਿਹੜਾ ਹੈ ਉਹ ਬਿਲਕੁਲ ਨਹੀਂ, ਡਰਾਉਣਾ ਬਿਲਕੁਲ ਨਹੀਂ। ਭੈ ਕਾਹੂ ਕੋ ਦੇਤ ਨਾ, ਨਹਿ ਪੈ ਮਾਨ ਤਾਨ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਕੱਲ ਮਿਲਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।